ਜੀੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਕਹਿਤ ਕਬੀਰ ਪੰਚ ਕੋ ਝਗਰਾ, ਝਗਰਤ ਜਨਮ ਗਵਾਇਆ। ਝੂਠੀ ਮਾਇਆ ਸਭ ਜਗ ਬਾਂਧਿਆ, ਮੈਂ ਰਾਮ ਜਪਤ ਸੁਖ ਪਾਇਆ। ਝੂਠੀ ਮਾਇਆ ਸਭ ਜਗ ਬਾਂਧਿਆ, ਮੈਂ ਰਾਮ ਰਮਤ ਸੁਖ ਪਾਇਆ। ਤਾਪ ਗਵਾਇਆ ਪੂਰੇ, ਬਾਜੇ ਅਨਹਦ ਤੂਰੇ। ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀਨੇ। ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀਨੇ। ਆਵੋ ਸੰਤ ਪਿਆਰਿਓ, ਆ ਕਥ ਕੀ ਕਰੇ ਕਹਾਣੀ। ਪ੍ਰਭ ਕੀ ਅਕਥ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ। ਨਾਨਕ ਦਾਸ ਬਖਾਣੀ, ਗੁਰ ਪੂਰੇ ਤੇ ਜਾਣੀ। ਬੰਗ ਕੇ ਬੰਗਾਲੀ, ਫਿਰ ਹੰਗ ਕੇ ਫਿਰੰਗਾ ਵਾਲੀ। ਦਿੱਲੀ ਕੇ ਦਿਲ ਵਾਲੀ, ਤੇਰੀ ਆਗਿਆ ਮੈਂ ਚਲਤ ਹੈ। ਬੰਗ ਕੇ ਬੰਗਾਲੀ, ਫਿਰ ਹੰਗ ਕੇ ਫਿਰੰਗਾ ਵਾਲੀ। ਦਿੱਲੀ ਕੇ ਦਿਲ ਵਾਲੀ, ਤੇਰੀ ਆਗਿਆ ਮੈਂ ਚਲਤ ਹੈ। ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬ ਨੇ ਕਿਰਪਾ ਕਰਕੇ ਸਾਨੂੰ ਸਾਧ ਸੰਗਤ ਬਖਸ਼ੀ ਹੈ। ਗੁਰੂ ਦੀ ਕਿਰਪਾ ਸਦਕਾ ਹੀ ਅਸੀਂ ਗੁਰੂ ਸ਼ਬਦ ਨੂੰ ਸਰਵਣ ਕਰਨ ਵਾਸਤੇ ਗੁਰੂ ਕੇ ਚਰਨਾਂ ਦੇ ਵਿੱਚ ਇਕੱਤਰ ਹੋ ਕੇ ਸਜੇ ਹਾਂ। ਜ਼ਿੰਦਗੀ ਦਾ ਇੱਕ ਇੱਕ ਪਲ ਬੜਾ ਕੀਮਤੀ ਹੁੰਦਾ ਹੈ ਹਰ ਇਨਸਾਨ ਦਾ। ਪਰ ਜਦੋਂ ਆਪਾਂ ਗੁਰੂ ਸਾਹਿਬਾਨ ਜੀ ਦੇ ਕੋਲ ਆ ਕੇ ਸਜਦੇ ਹਾਂ, ਉਦੋਂ ਸਾਡੀ ਜ਼ਿੰਦਗੀ ਦੀਆਂ ਇਹ ਘੜੀਆਂ ਤੇ ਸਵਾਸ ਜਿਹੜੇ ਨੇ ਹੋਰ ਵੀ ਕੀਮਤੀ ਹੋ ਜਾਂਦੇ ਨੇ, ਪਰ ਇਕੱਲੇ ਬਹਿਣ ਦੇ ਨਾਲ ਕੀਮਤੀ ਨਹੀਂ ਹੁੰਦੇ। ਜੋ ਗੁਰੂ ਜੀ ਕਹਿੰਦੇ ਨੇ ਉਸ ਨੂੰ ਪੜ੍ਹ ਕੇ, ਸੁਣ ਕੇ, ਮੰਨ ਕੇ ਹੀ ਜ਼ਿੰਦਗੀ ਨੂੰ ਸਫਲ ਕੀਤਾ ਜਾ ਸਕਦਾ ਹੈ। ਸੋ ਆਓ ਗੁਰਬਾਣੀ ਦੇ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਪੰਜਵੇਂ ਗੁਰੂ ਨਾਨਕ ਜੀ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੈ, ਜੋ ਕਿ ਸੋਰਠ ਰਾਗ ਦੇ ਵਿੱਚ 627 ਅੰਗ ਤੋਂ ਆਰੰਭ ਹੋ ਕੇ 628 ਅੰਗ ਤੇ ਸਮਾਪਤ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਵਿੱਚ ਵਾਹਿਗੁਰੂ ਪਰਮੇਸ਼ਰ, ਉਹਦੀ ਇੱਕ ਸਿੱਖ ਤੇ ਹੋਈ ਕਿਰਪਾ ਦਾ ਜ਼ਿਕਰ ਕੀਤਾ ਕਿ ਕਿਵੇਂ ਉਹ ਦਾਸਾਂ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਉਹਨਾਂ ਦਾ ਦੁੱਖਾਂ ਦਾ ਡੇਰਾ ਚੁਕਵਾ ਦਿੰਦਾ ਸਦਾ ਵਾਸਤੇ। ਫਿਰ ਉਹ ਨਰ ਤੇ ਨਾਰੀ ਆਨੰਦ ਕਰਦੇ ਨੇ, ਖੁਸ਼ੀ ਮਨਾਉਂਦੇ ਨੇ, ਵਿਗਾਸ 'ਚ ਰਹਿੰਦੇ ਨੇ ਜਦੋਂ ਹਰੀ ਦੀ ਕਿਰਪਾ ਉਹਨਾਂ ਤੇ ਹੋ ਜਾਂਦੀ ਆ। ਸੋਰਠ ਮਹੱਲਾ ਪੰਜਵਾ। ਸੋਰਠ ਇੱਕ ਰਾਗ ਦਾ ਨਾਮ, ਮਹੱਲਾ ਪੰਜਵਾਂ ਤੋਂ ਭਾਵ ਪੰਜਵੇਂ ਗੁਰੂ ਦੀ ਬਾਣੀ। ਪਰਮੇਸ਼ਰ ਦਿੱਤਾ ਬੰਨਾ। ਪਰਮੇਸ਼ਰ ਨੇ ਬੰਨ ਮਾਰ ਦਿੱਤਾ। ਜਿਹੜੇ ਵਗਦੇ ਹੋਏ ਰੋਗ ਸਨ, ਵਗਦੇ ਹੋਏ ਪਾਪ ਸਨ, ਮੇਰੇ ਵੱਲ ਆ ਰਹੇ ਸੀ, ਉਹਨਾਂ ਨੂੰ ਬੰਨ ਮਾਰ ਦਿੱਤਾ। ਦੁੱਖ ਰੋਗ ਕਾ ਡੇਰਾ ਪੰਨਾ। ਮੇਰੇ ਦੁੱਖਾਂ ਦਾ, ਮੇਰੇ ਰੋਗਾਂ ਦਾ, ਕਲੇਸ਼ਾਂ ਦਾ ਡੇਰਾ ਸਦਾ ਸਦਾ ਵਾਸਤੇ ਟੁੱਟ ਗਿਆ। ਐਸੇ ਦੁੱਖਾਂ ਦੇ ਨਾਲੋਂ, ਰੋਗਾਂ ਦੇ ਵੱਲੋਂ ਮੈਨੂੰ ਨਿਜਾਤ ਮਿਲ ਗਈ। ਦੂਰ ਹੋ ਗਏ ਮੇਰੇ ਪਾਪ, ਦੁੱਖ, ਕਲੇਸ਼, ਰੋਗ, ਵਿਘਨ ਵਿਨਾਸ਼ਨ ਸਭ ਕੁਝ ਹੀ। ਆਨੰਦ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਬੜੇ ਆਨੰਦ ਦੇ ਵਿੱਚ ਉਹ ਨਰ ਤੇ ਨਾਰੀ, ਸਾਰੇ ਜੀਵ, ਇਸਤਰੀਆਂ, ਆਤਮਾਵਾਂ, ਸਾਰੀਆਂ ਰੂਹਾਂ, ਸਾਰੇ ਸਰੀਰ ਆਨੰਦ ਵਿੱਚ ਹੋ ਜਾਂਦੇ ਨੇ, ਵਿਗਾਸ ਵਿੱਚ, ਜਿਨ੍ਹਾਂ ਤੇ ਹਰੀ ਦੀ ਕਿਰਪਾ ਹੋ ਜਾਂਦੀ ਆ। ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਵ ਰਹਿਆ ਸਭਨੀ ਜਾਈ। ਹੇ ਸਾਧੂ ਜਨੋ, ਗੁਰਮੁਖੋ, ਹੁਣ ਮੈਂ ਜਿੱਥੇ ਵੀ ਜਾਂਦਾ ਹਾਂ, ਮੈਨੂੰ ਹਰ ਜਗ੍ਹਾ ਤੇ ਸ਼ਾਂਤੀ, ਸੁੱਖ ਨਸੀਬ ਹੁੰਦਾ, ਕਿਉਂਕਿ ਪ੍ਰਮਾਤਮਾ ਦੀ ਹੋਂਦ ਮੈਨੂੰ ਹਰ ਜਗ੍ਹਾ ਮਹਿਸੂਸ ਹੋਣ ਲੱਗ ਪਈ ਆ। ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਵ ਰਹਿਆ ਸਭਨੀ ਜਾਈ। ਹਰ ਜਗ੍ਹਾ ਤੇ ਮੈਨੂੰ ਉਹਦੀ ਹੋਂਦ, ਉਹਦੇ ਦਰਸ਼ਨ ਮੈਨੂੰ ਹੁੰਦੇ ਨੇ। ਹੁਣ ਮੇਰੇ ਲਈ ਮੇਰਾ ਜੀਵਨ ਸੁੱਖਾਂ ਭਰਿਆ ਬਣ ਚੁੱਕਾ ਹੈ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਜਦੋਂ ਦੀ ਮੈਂ ਰੱਬੀ ਬਾਣੀ, ਇਲਾਹੀ ਬਾਣੀ, ਵਾਹਿਗੁਰੂ ਜੀ ਦੀ ਬਾਣੀ ਮੇਰੇ ਅੰਦਰ ਵਸੀ ਆ, ਹਿਰਦੇ 'ਚ ਆਈ ਆ, ਉਦੋਂ ਦੀ ਮੇਰੀ ਸਗਲੀ ਚਿੰਤਾ ਜਿਹੜੀ ਮਿਟੀ ਆ। ਉਹ ਦਇਆਲ ਹੈ, ਪੁਰਖਾ, ਮਿਹਰਬਾਨਾ ਹੈ, ਕਿਰਪਾਲੂ ਆ, ਹਰ ਨਾਨਕ ਸਾਚ ਬਖਾਨਾ। ਤੇ ਉਹਨੇ ਮੈਨੂੰ ਸੱਚ ਦਾ ਚਾਨਣ ਕਰਵਾਇਆ ਹੈ। ਸੋ ਇਹ ਸ਼ਬਦ ਦੇ ਆਖਰੀ ਅਰਥ ਨੇ। ਸੋ ਗੁਰੂ ਮਹਾਰਾਜ ਇਸ ਸ਼ਬਦ ਅੰਦਰ ਕਹਿਣਾ ਚਾਹੁੰਦੇ ਨੇ ਕਿ ਜਿਹੜਾ ਇਨਸਾਨ ਹੈ ਨਾ, ਉਹਨੂੰ ਬਹੁਤ ਤਰ੍ਹਾਂ ਦੀਆਂ ਚਿੰਤਾਵਾਂ ਨੇ। ਦੁਨੀਆ ਤੇ ਆ ਕੇ ਜਦੋਂ ਹੀ ਬੱਚਾ ਪੈਦਾ ਹੁੰਦਾ, ਗਰਭ ਤੋਂ ਬਾਹਰ ਆਉਂਦਾ ਹੈ, ਸਭ ਤੋਂ ਪਹਿਲਾਂ ਉਹਨੂੰ ਵੀ ਚਿੰਤਾ ਹੁੰਦੀ ਹੈ ਦੁੱਧ ਪੀਣ ਦੀ, ਉਹਦੇ ਰਿਜ਼ਕ ਦੀ। ਉਸ ਤੋਂ ਬਾਅਦ ਥੋੜ੍ਹਾ ਜਿਹਾ ਵੱਡਾ ਹੁੰਦਾ, ਸਕੂਲ ਜਾਂਦਾ, ਉਹਨੂੰ ਚਿੰਤਾ ਹੋਣ ਲੱਗ ਜਾਂਦੀ ਆ ਉਹਦੇ ਸਕੂਲ ਦੇ ਕੰਮਾਂ ਦੀ, ਉਹ ਕੰਮ ਨੂੰ ਪੂਰਾ ਕਰਨ ਦੀ। ਹੌਲੀ ਹੌਲੀ ਉਹ ਵੱਡਾ ਹੁੰਦਾ, ਜਵਾਨੀ ਆਉਂਦੀ ਆ ਤੇ ਗ੍ਰਸਤ ਜੀਵਨ ਦੇ ਵਿੱਚ ਉਹ ਪ੍ਰਵੇਸ਼ ਕਰਦਾ ਤੇ ਉਹ ਵਾਲੀ ਕਬੀਲਦਾਰੀ ਦੀ ਚਿੰਤਾ ਉਹਨੂੰ ਹੋ ਜਾਂਦੀ।
ਫਿਰ ਬੱਚਿਆਂ ਦੀ ਅੱਗੇ ਚਿੰਤਾ, ਪਰ ਬੁਢੇਪੇ ਦੀ ਚਿੰਤਾ ਕੁਝ ਹੋਰ ਤਰ੍ਹਾਂ ਦੀ ਹੁੰਦੀ ਆ, ਉਹ ਵੀ ਆ ਲੱਗਦੀ ਹੈ ਇਹਨੂੰ। ਇਸ ਪ੍ਰਕਾਰ ਜਨਮ ਤੋਂ ਲੈ ਕੇ ਮਰਨ ਤੱਕ ਦਾ ਸਫ਼ਰ ਚਿੰਤਾ ਦੀ ਵਿੱਚ ਹੋ ਕੇ ਗੁਜ਼ਰਦਾ ਹੈ। ਇਉਂ ਕਰੀਏ ਕਹਿ ਸਕਦੇ ਹਾਂ, ਜਨਮ ਤੋਂ ਮਰਨ ਤੱਕ ਇੱਕ ਪੁਲ ਹੈ, ਉਹ ਚਿੰਤਾ ਦਾ ਹੀ ਆ। ਬਚਪਨ ਤੋਂ ਬਜ਼ੁਰਗੀ ਤੱਕ ਇੱਕ ਪੁਲ ਬਣਿਆ ਹੋਇਆ, ਸਾਰੀ ਜ਼ਿੰਦਗੀ ਚਿੰਤਾ ਦੇ ਵਿੱਚ ਲੰਘਦੀ ਆ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਦੇ ਮੈਨੂੰ ਗੁਰੂ ਜੀ ਮਿਲੇ ਨੇ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਗੁਰੂ ਜੀ ਜਦੋਂ ਮੈਨੂੰ ਮਿਲੇ ਨੇ, ਪਰਮਾਤਮਾ ਨੇ ਫਿਰ ਕੀ ਕੀਤਾ, ਗੁਰੂ ਜੀ ਨੇ ਉਹ ਡੇਰਾ ਚੁਕਵਾ ਦਿੱਤਾ ਜਿਹੜਾ ਮੇਰੇ ਅੰਦਰ ਸੀ, ਚਿੰਤਾ ਦਾ, ਦੁੱਖਾਂ ਦਾ, ਰੋਗਾਂ ਦਾ, ਸੋਗਾਂ ਦਾ। ਹੁਣ ਮੇਰੀ ਜ਼ਿੰਦਗੀ ਬਿਲਕੁਲ ਸ਼ਾਂਤਮਈ ਬਣ ਗਈ, ਆਨੰਦਮਈ ਬਣ ਗਈ ਆ, ਜਿਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਮੈਨੂੰ ਕਿਸੇ ਗੱਲ ਦੀ ਚਿੰਤਾ ਸਤਾਉਂਦੀ ਨਹੀਂ। ਜੋ ਹੋ ਰਿਹਾ, ਜੋ ਹੋਣਾ ਹੋ ਕੇ ਰਹੇਗਾ, ਇਹ ਗੱਲ ਨੂੰ ਮੈਂ ਹੁਣ ਮਨਜ਼ੂਰ ਕਰ ਲਿਆ ਹੈ, ਮੰਨ ਲਿਆ ਹਿਰਦੇ ਦੇ ਵਿੱਚ। ਇਹ ਜ਼ਿੰਦਗੀ ਇੱਕ ਸੁਪਨੇ ਦੇ ਵਾਂਗ ਲੱਗ ਰਹੀ ਆ। ਅਸਲ ਦੇ ਵਿੱਚ ਅਸੀਂ ਕੀ ਕਰਦੇ ਹਾਂ, ਤੇ ਜ਼ਿੰਦਗੀ ਨੂੰ ਸੁਪਨਾ ਨਹੀਂ ਸੱਚ ਮੰਨਦੇ ਹਾਂ। ਜਿਹੜੇ ਨਾਟਕ ਹੁੰਦੇ ਨੇ ਉਹਨਾਂ ਨੂੰ ਸੱਚ ਮੰਨਦੇ ਹਾਂ। ਜੋ ਪਰਦੇ ਤੇ ਦਿਖਾਏ ਜਾਂਦੇ ਨੇ ਨਾਟਕ, ਉਹਨਾਂ ਨੂੰ ਅਸੀਂ ਸੱਚ ਮੰਨ ਲੈਂਦੇ ਹਾਂ। ਉਵੇਂ ਅਸੀਂ ਹੋਣ ਲੱਗ ਜਾਂਦੇ ਹਾਂ, ਮਹਿਸੂਸ ਕਰਨ ਲੱਗ ਜਾਂਦੇ ਹਾਂ। ਪਰਦੇ ਤੇ ਚੱਲ ਰਹੀ ਫਿਲਮ ਨੂੰ ਦੇਖ ਕੇ, ਨਾਟਕ ਨੂੰ ਦੇਖ ਕੇ ਅਸਲ ਚੀਜ਼ ਜਿਹੜੀ ਆ, ਅਸਲ ਜ਼ਿੰਦਗੀ, ਇਹਨੂੰ ਸੱਚ ਮੰਨ ਲੈਂਦੇ ਹਾਂ, ਜਦੋਂ ਕਿ ਇਹ ਵੀ ਸੁਪਨਾ ਹੈ। ਨਾਟਕਾਂ ਨੂੰ ਸੱਚ ਮੰਨਦੇ ਹਾਂ, ਉਵੇਂ ਕਰਨ ਲੱਗ ਜਾਂਦੇ ਹਾਂ, ਉਹ ਝੂਠ ਹੈ। ਇਹ ਜ਼ਿੰਦਗੀ ਨੂੰ ਸੱਚ ਮੰਨ ਲੈਂਦੇ ਹਾਂ, ਇਹ ਝੂਠ ਹੈ। ਇੱਥੇ ਇੱਕ ਕਹਾਣੀ ਹੈ। ਇੱਕ ਸੱਜਣ ਸਨ ਤੇ ਉਹ ਨਾਟਕ ਕਰਦੇ ਸਨ ਤੇ ਨਾਟਕ ਦੀ ਕਲਾ ਦੇ ਵਿੱਚ ਬੜੇ ਨਿਪੁੰਨ ਸੀ। ਇੱਕ ਜਗ੍ਹਾ ਤੇ ਗਏ, ਉੱਥੇ ਜਾ ਕੇ ਪਰਦੇ ਤੇ ਨਾਟਕ ਦਿਖਾਇਆ ਜਾ ਰਿਹਾ ਸੀ। ਉਹਦਾ ਜਿਹੜਾ ਕਰਤਾ ਸੀ, ਉਹਨੇ ਆਪਦੀ ਜਿਹੜੀ ਐਕਟਿੰਗ ਸੀ ਇੰਨੀ ਚੰਗੀ ਤਰ੍ਹਾਂ ਕੀਤੀ, ਦੇਖਣ ਵਾਲੇ ਨੂੰ ਲੱਗਾ ਵੀ ਇਹ ਵਾਕਈ ਅਸਲੀ ਚੀਜ਼ ਆ। ਰੋਣ ਲੱਗ ਪਏ ਉਹ। ਬਾਅਦ ਵਿੱਚ ਕੁਝ ਅਜਿਹਾ ਦ੍ਰਿਸ਼ ਆਇਆ, ਉਹ ਆਪਣੀ ਪਤਨੀ ਨੂੰ ਮਾਰ ਰਿਹਾ ਸੀ। ਨਾਟਕ ਦੇ ਵਿੱਚ ਇੱਕ ਸਰੋਤਾ ਉੱਠ ਕੇ ਖੜਾ ਹੋਇਆ, ਇੰਨਾ ਜ਼ਿਆਦਾ ਪ੍ਰਭਾਵ ਪਿਆ ਉਹਦੇ ਮਨ ਤੇ, ਸਟੇਜ ਤੇ ਚੜ੍ਹ ਕੇ ਉਹਨੂੰ ਮਾਰਨ ਲੱਗ ਗਿਆ। ਤਾਂ ਲੋਕਾਂ ਨੇ ਉਹਨੂੰ ਹਟਾਇਆ, ਆਖਿਆ ਇੱਕ ਨਾਟਕ ਆ। ਤਾਂ ਉਹਨੇ ਬਾਅਦ 'ਚ ਮਾਫੀ ਮੰਗੀ, ਕਹਿਣ ਲੱਗਾ ਮੈਂ ਤਾਂ ਇਹਨੂੰ ਅਸਲ ਸਮਝ ਬੈਠਾ, ਦੇਖਦਾ ਰਿਹਾ, ਮੈਨੂੰ ਖੁਦ ਨੂੰ ਨਹੀਂ ਪਤਾ ਲੱਗਾ ਵੀ ਇੱਕ ਨਾਟਕ ਆ, ਅਸਲੀ ਚੀਜ਼ ਨਹੀਂ ਹੈਗੀ। ਇਵੇਂ ਹੀ ਅਸੀਂ ਕਹਿੰਦੇ ਜ਼ਿੰਦਗੀ ਦੇ ਨਾਲ ਕਰਦੇ ਹਾਂ। ਜਿਸ ਦਿਨ ਸਾਨੂੰ ਪਤਾ ਲੱਗੇਗਾ ਇਹ ਨਾਟਕ ਹੈ, ਦੇਖਣ ਆਇਓ ਜਗਤ ਤਮਾਸ਼ਾ, ਇੱਕ ਤਮਾਸ਼ਾ ਹੈ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ, ਆਵਣ ਜਾਣ ਇੱਕ ਖੇਲ ਬਣਾਇਆ। ਜਿਸ ਦਿਨ ਪਤਾ ਲੱਗੇਗਾ ਇਹ ਦੁਨੀਆ ਇੱਕ ਖੇਡ ਹੈ, ਤਮਾਸ਼ਾ ਹੈ, ਉਸ ਦਿਨ ਬੰਦਾ ਚਿੰਤਾ ਦੇ ਵਿੱਚ ਨਹੀਂ ਫਸਦਾ, ਝੋਰਿਆਂ ਦੇ ਵਿੱਚ ਦੀ ਨਹੀਂ ਫਸਦਾ। ਹਜੇ ਇਸ ਜੀਵਨ ਨੂੰ ਸੱਚ ਕਰਕੇ ਮੰਨਿਆ ਹੋਇਆ ਹੈ, ਜਿਸ ਕਰਕੇ ਬੰਦੇ ਨੇ ਇਤਨੇ ਸੋਗ, ਇਤਨੇ ਰੋਗ, ਇਤਨੀਆਂ ਚਿੰਤਾਵਾਂ, ਇਤਨਾ ਜਿਹੜਾ ਤਣਾਅ ਪੂਰਵਕ ਜੀਵਨ ਆ, ਉਹਦੇ ਵਿੱਚ ਉਹਦੀ ਜ਼ਿੰਦਗੀ ਲੰਘ ਰਹੀ ਆ। ਗੁਰੂ ਨੇ ਮੈਨੂੰ ਇਹ ਸੋਝੀ ਕਰਵਾਈ ਕਿ ਇਹ ਜ਼ਿੰਦਗੀ ਸੁਪਨਾ ਹੈ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਗਨ ਸੇ ਰੂਪ ਪਰ ਮਰਨਾ। ਕਿਆ ਤੂੰ ਸੋਇਆ ਜਾਗ ਇਆਨਾ, ਤੈਂ ਜੀਵਨ ਜਗ ਸੱਚ ਕਰ ਜਾਨਾ। ਇਹ ਬੰਦੇ, ਤੂੰ ਇਸ ਜੀਵਨ ਨੂੰ ਸੱਚ ਮੰਨਿਆ, ਇਹ ਨਾਟਕ ਨੂੰ ਜੋ ਚੱਲ ਰਿਹਾ ਸੱਚ ਮੰਨਿਆ। ਇਹ ਵੀ ਇੱਕ ਨਾਟਕ ਹੈ,
ਇਹਦੇ ਵਿੱਚ ਵੱਖਰੇ ਵੱਖਰੇ ਕਿਰਦਾਰ ਨੇ। ਜਿਵੇਂ ਪਰਦੇ 'ਤੇ ਜੋ ਫਿਲਮ ਦਿਖਾਈ ਜਾਂਦੀ ਆ ਉਹ ਸੱਚ ਹੋ ਕੇ ਵੀ ਸੱਚ ਨਹੀਂ ਹੁੰਦੀ, ਉਹਦੇ ਵਿੱਚ ਕਿਰਦਾਰ ਹੁੰਦੇ ਨੇ। ਇਵੇਂ ਹੀ ਅਸੀਂ ਇੱਥੇ ਆਪਣਾ ਕਿਰਦਾਰ ਨਿਭਾਉਣ ਵਾਸਤੇ ਆਏ ਹਾਂ। ਨਾਲ ਹੀ ਸਾਡੇ ਹੋਰ ਸੰਗੀ ਸਾਥੀ ਨੇ, ਸਾਡਾ ਪਰਿਵਾਰ ਹੈ। ਪਰ ਜਦੋਂ ਹੀ ਅਸੀਂ ਇਹਨੂੰ ਸੱਚ ਮੰਨਦੇ ਹਾਂ ਉਦੋਂ ਹੀ ਅਸੀਂ ਚਿੰਤਾ ਦੇ ਵਿੱਚ ਪੈਂਦੇ ਹਾਂ। ਇੱਕ ਫਕੀਰ ਸੀ, ਨਾਮ ਸੀ ਉਹਦਾ ਜੁਨੈਦ। ਆਪਦੇ ਬੱਚੇ ਨੂੰ ਬੜਾ ਪਿਆਰ ਕਰਦਾ ਸੀ, ਇਕਲੌਤਾ ਪੁੱਤਰ ਸੀ। ਰੱਬ ਦੀ ਐਸੀ ਹੋਣੀ ਹੋਈ, ਕਿਉਂਕਿ ਮਰਨਾ ਨਾਮ ਹੈ ਮੁੱਕ ਜਾਣੇ ਦਾ, ਮੁੱਕ ਗਿਆ ਵਸ ਹੋਈ। ਮਰ ਗਿਆ ਜਿਹੜਾ ਦੁਨੀਆ ਵਿੱਚੋਂ, ਮੁੜ ਕੇ ਮਿਲਿਆ ਨਾ ਕੋਈ। ਦਮ ਦੇ ਨਾਲੇ ਆਦਮ ਬਣਿਆ, ਦਮ ਮੁੱਕਾ ਵਸ ਹੋਇਆ। ਇੱਕ ਦਿਨ ਤੇਰੀਆਂ ਗੱਲਾਂ ਹੋਸਨ, ਅੱਜ ਰੰਗੀਲਾ ਸੋਇਆ। ਇੱਕ ਅਜਿਹੀ ਘਟਨਾ ਹੋਈ, ਕਿਸੇ ਕਾਰਨ ਕਰਕੇ ਉਹਦਾ ਪੁੱਤਰ ਚੜ੍ਹਾਈ ਕਰ ਗਿਆ। ਇਸਲਾਮ ਮੁਸਲਮਾਨ ਸੀ ਤੇ ਉਹਦੇ ਮੁਤਾਬਕ ਦਫਨਾ ਕੇ ਜਦੋਂ ਘਰੇ ਆਏ, ਵਾਪਸ ਆਏ ਨਾ, ਜੁਨੈਦ ਦੀ ਪਤਨੀ ਕਹਿੰਦੀ ਮੈਨੂੰ ਲੱਗਦਾ ਸੀ ਤੂੰ ਪਾਗਲ ਹੋ ਜਾਏਗਾ ਪੁੱਤਰ ਦੀ ਮੌਤ ਤੋਂ ਬਾਅਦ। ਕਾਰਨ ਉਹਦਾ ਕੀ ਆ? ਤੂੰ ਬਹੁਤ ਪਿਆਰ ਕਰਦਾ ਸੀ, ਮੈਂ ਦੇਖਿਆ ਤੈਨੂੰ। ਤਾਂ ਉਹ ਕਹਿਣ ਲੱਗਾ, ਹਾਂ ਬਿਲਕੁਲ ਇਹ ਸਹੀ ਗੱਲ ਆ, ਪਿਆਰ ਮੈਂ ਉਹਨੂੰ ਬੜਾ ਕਰਦਾ ਸੀ, ਆਪਣਾ ਇਕਲੌਤਾ ਪੁੱਤਰ ਸੀ। ਪਰ ਮੈਨੂੰ ਬਾਅਦ ਵਿੱਚ ਸਮਝ ਆਈ, ਜਦੋਂ ਇਹ ਨਹੀਂ ਸੀ ਸਾਡੇ ਕੋਲੇ, ਪਰਮਾਤਮਾ ਨੇ, ਖੁਦਾ ਨੇ ਸਾਨੂੰ ਦਿੱਤਾ ਨਹੀਂ ਸੀ, ਇਹ ਦਾਤ ਨਹੀਂ ਸੀ ਮਿਲੀ, ਉਦੋਂ ਵੀ ਆਪਾਂ ਖੁਸ਼ ਸੀ। ਫਿਰ ਇਹ ਦਾਤ ਸਾਨੂੰ ਦੇ ਦਿੱਤੀ, ਉਦੋਂ ਆਪਾਂ ਇਹ ਦਾਤ ਨੂੰ ਵੀ ਲੈ ਕੇ ਖੁਸ਼ ਸੀ। ਹੁਣ ਇਹ ਚਲਾ ਗਿਆ ਤੇ ਹੁਣ ਆਪਾਂ ਸੋਗ ਕਿਉਂ ਕਰੀਏ? ਕਹਿੰਦਾ ਮੈਨੂੰ ਖੇਡ ਲੱਗੀ ਇਹਦਾ ਆਉਣਾ ਤੇ ਜ਼ਿੰਦਗੀ ਚੋਂ ਜਾਣਾ। ਹਰ ਬੰਦਾ ਨਹੀਂ ਐਵੇਂ ਕਹਿ ਸਕਦਾ। ਗੁਰੂ ਸਾਹਿਬ ਦੀ ਬਾਣੀ ਤਾਂ ਕਹਿੰਦੀ ਹੈ, ਸੰਜੋਗ ਵਿਜੋਗ ਦੋਇ ਕਾਰ ਚਲਾਵੇ, ਲੇਖਿਆ ਵੇ ਭਾਗ। ਸੰਜੋਗ ਮਿਲਾਪ, ਵਿਜੋਗ ਵਿਛੋੜਾ, ਇਹ ਦੋਨੋਂ ਸੰਸਾਰ ਦੀ ਗੱਡੀ ਨੂੰ ਚਲਾਉਂਦੇ ਨੇ ਮਿਲ ਕੇ। ਜੇ ਸੰਜੋਗ ਹੀ ਸੰਜੋਗ ਹੋਵੇ, ਵਿਜੋਗ ਹੋਵੇ ਹੀ ਨਾ, ਤਾਂ ਨਵੇਂ ਬੱਚਿਆਂ ਦਾ ਆਉਣ ਦਾ ਪ੍ਰਬੰਧ ਕਿਵੇਂ ਹੋਵੇਗਾ? ਪੁਰਾਣੇ ਪੱਤੇ ਝੜ ਜਾਂਦੇ ਆ, ਨਵੇਂ ਆ ਜਾਂਦੇ ਆ। ਸਾਡੇ ਪਹਿਲਾਂ ਦਾਦੇ ਪੜਦਾਦੇ, ਉਹਨਾਂ ਦੇ ਦਾਦੇ ਪੜਦਾਦੇ ਚਲੇ ਗਏ, ਉਸ ਤੋਂ ਬਾਅਦ ਉਹ ਆਏ, ਉਹ ਚਲੇ ਗਏ, ਅਸੀਂ ਆ ਗਏ ਤੇ ਅਸੀਂ ਚਲੇ ਜਾਵਾਂਗੇ, ਹੋਰ ਆ ਜਾਣਗੇ, ਨਵੀਆਂ ਪੀੜ੍ਹੀਆਂ ਆ ਜਾਣਗੀਆਂ। ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਗਨ ਸਿਰ ਊਪਰ ਮਰਨਾ। ਤੈਂ ਜੀਵਨ ਜਗ ਸੱਚ ਕਰ ਜਾਨਾ। ਪਤਾ ਬੰਦਾ ਚਿੰਤਾ ਕਦੋਂ ਕਰਦਾ ਹੈ, ਡਿਪਰੈਸ਼ਨ ਦੇ ਵਿੱਚ ਕਦੋਂ ਆਉਂਦਾ ਹੈ? ਜਦੋਂ ਉਹ ਜ਼ਿੰਦਗੀ ਨੂੰ ਸੱਚ ਮੰਨਦਾ। ਤੈਂ ਜੀਵਨ ਜਗ ਸੱਚ ਕਰ ਜਾਨਾ। ਤੁਸੀਂ ਕਦੇ ਗੌਰ ਨਾਲ ਦੇਖਿਓ ਇਹ ਚੀਜ਼ਾਂ ਨੂੰ, ਇਹ ਅਸਲ 'ਚ ਪ੍ਰੈਕਟੀਕਲ ਕਰਨ ਵਾਲੀਆਂ ਚੀਜ਼ਾਂ ਨੇ। ਕਹਿਣਾ ਸੁਣਨਾ ਤਾਂ ਹੁੰਦਾ ਹੀ ਆ, ਪਰ ਜਦੋਂ ਤੱਕ ਤੁਸੀਂ ਕਰੋਗੇ ਨਹੀਂ, ਜਾਣੋਗੇ ਨਹੀਂ। ਕਈ ਕੰਮ ਇੱਦਾਂ ਦੇ ਆ, ਉਹ ਆਪ ਕਰਨ ਨਹੀਂ ਆਉਂਦੇ ਆ। ਕਈ ਕੰਮ ਇੱਦਾਂ ਦੇ ਨੇ, ਉਹ ਆਪ ਕਰੀਏ ਤੇ ਆਉਂਦੇ ਆ, ਨਹੀਂ ਤਾਂ ਆਉਂਦੇ ਹੀ ਨਹੀਂ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਕਈ ਵਾਰੀ ਪਰਦੇ 'ਤੇ ਅਸੀਂ ਕੁਝ ਦੇਖ ਰਹੇ ਹੁੰਦੇ ਹਾਂ, ਟੈਲੀਵਿਜ਼ਨ 'ਤੇ ਕਹਿ ਲਓ, ਮੋਬਾਈਲ ਫੋਨ 'ਤੇ ਕਹਿ ਲਓ, ਉਹ ਕਈ ਵਾਰੀ ਇਹੋ ਜਿਹਾ ਦ੍ਰਿਸ਼ ਆ ਜਾਂਦਾ, ਅਸੀਂ ਉਹਦੇ ਵਾਂਗ ਮਹਿਸੂਸ ਕਰਨ ਲੱਗ ਜਾਂਦੇ ਹਾਂ। ਕਈ ਵਾਰੀ ਬਹੁਤ ਦੁੱਖ ਵਾਲਾ ਹੁੰਦਾ, ਸਾਡੇ ਅੰਦਰ ਹਾਵ ਭਾਵ ਉੱਦਾਂ ਦੇ ਹੋ ਜਾਂਦੇ ਆ। ਤੇ ਜਿਵੇਂ ਚਾਰ ਸਾਹਿਬਜ਼ਾਦੇ ਜਦੋਂ ਫਿਲਮ ਦੇਖੀ ਗਈ ਸੀ ਸਾਰਿਆਂ ਦੁਆਰਾ, ਜਿਹੜੀ ਐਨੀਮੇਸ਼ਨ ਮੂਵੀ ਬਣੀ ਸੀ, ਉਹਦੇ ਵਿੱਚ ਬਹੁਤ ਲੋਕਾਂ ਨੇ ਹੰਝੂ ਵਹਾਏ ਉਹ ਪਰਦੇ 'ਤੇ ਵੇਖ ਕੇ ਸਾਹਿਬਜ਼ਾਦਿਆਂ ਦੇ ਸੀਨ ਨੂੰ। ਤਾਂ ਕੋਈ ਵੀ ਚੀਜ਼ ਆ, ਤੁਸੀਂ ਜਦੋਂ ਵੇਖ ਰਹੇ ਹੁੰਦੇ ਹੋ, ਉਹਦਾ ਪ੍ਰਭਾਵ ਤੁਹਾਡੇ 'ਤੇ ਪੈਂਦਾ ਹੀ ਪੈਂਦਾ। ਜਦ ਕਿ ਉਹ ਪਰਦੇ ਵਾਲੀ ਜਿਹੜੀ ਚੀਜ਼ ਆ, ਉਹ ਨਾਟਕ ਜਿਹੜੇ ਹੁੰਦੇ ਨੇ ਸੱਚ ਥੋੜ੍ਹੀ ਹੁੰਦੇ ਨੇ।
ਇਵੇਂ ਬੰਦਾ ਜ਼ਿੰਦਗੀ ਦੇ ਨਾਲ ਕਰਦਾ ਹੈ। ਜ਼ਿੰਦਗੀ ਇੱਕ ਸੁਪਨਾ ਹੈ, ਜ਼ਿੰਦਗੀ ਇੱਕ ਸੁਪਨਾ ਹੈ। ਇਹਦੇ ਵਿੱਚ ਜੋ ਹੋ ਰਿਹਾ ਸੁਪਨਾ ਹੈ। ਜਿਵੇਂ ਸੁਪਨੇ 'ਚ ਹੁੰਦਾ ਸੱਚ ਥੋੜ੍ਹੀ ਹੁੰਦਾ। ਤੈਂ ਜੀਵਨ ਜਗ ਸੱਚ ਕਰ ਜਾਨਾ। ਜਦੋਂ ਹੀ ਤੁਸੀਂ ਇਹਨੂੰ ਸੱਚ ਮੰਨ ਲਿਆ ਤੁਸੀਂ ਚਿੰਤਾ 'ਚ ਜਾਓਗੇ। ਜੇ ਕਹਤਾ ਸੁਪਨਾ ਹੈ, ਸੁਪਨਾ ਹੈ, ਫਿਰ ਕਹੋਗੇ ਬਸ ਇੰਨਾ ਕੁ ਪਤਾ ਲੱਗਦਾ, ਇੰਨਾ ਕੁ ਫਰਕ ਆ ਜਾਗਣ ਦੇ ਵਿੱਚ। ਇਵੇਂ ਵੱਧ ਸਮਝ ਆਊਗੀ। ਹੋਰ ਵੀ ਮੰਨ ਲਓ ਤੁਸੀਂ ਸੌਂ ਰਹੇ ਸੀ, ਇੱਕ ਬੁਰਾ ਸੁਪਨਾ ਆਇਆ, ਸੁਪਨੇ 'ਚ ਰੋਏ, ਸੁਪਨੇ 'ਚ ਬਹੁਤ ਕੰਬਣੀ ਛਿੜੀ, ਅੱਖ ਖੁੱਲ੍ਹ ਗਈ। ਤੁਸੀਂ ਕਿਹਾ ਕੋਈ ਗੱਲ ਨਹੀਂ, ਘਬਰਾ ਨਾ, ਚਿੰਤਾ ਨਾ ਕਰ, ਸੁਪਨਾ ਹੀ ਸੀ। ਸਾਰੀ ਚਿੰਤਾ ਲੈ ਗਈ। ਸੁਪਨੇ 'ਚ ਤੁਹਾਨੂੰ ਕੋਈ ਤੰਗ ਕਰ ਰਿਹਾ ਸੀ, ਮਾਰ ਰਿਹਾ ਸੀ, ਅੱਖ ਖੁੱਲ੍ਹੀ, ਆਖਿਆ ਨਹੀਂ ਟੈਨਸ਼ਨ ਨਾ ਲੈ, ਸੁਪਨਾ ਸੀ। ਜੇ ਜ਼ਿੰਦਗੀ ਨੂੰ ਐਵੇਂ ਕਹੋ ਮਹਾਰਾਜ ਕਹਿੰਦੇ ਕਿਤੇ, ਫਿਰ ਕਹੋ ਲੈ ਇਹ ਵੀ ਸੁਪਨਾ ਹੀ ਆ, ਉਸ ਦਿਨ ਤੁਸੀਂ ਚਿੰਤਾ ਤੋਂ ਨਿਜਾਤ ਪਾਓਗੇ। ਜੇ ਸੱਚ ਮੰਨ ਲਓਗੇ ਫਿਰ ਚਿੰਤਾ 'ਚ ਹੀ ਰਹੋਗੇ। ਕਹਿਤ ਕਬੀਰ ਪੰਚ ਕੋ ਝਗਰਾ, ਝਗਰਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬਾਂਧਿਆ, ਮੈਂ ਰਾਮ ਰਮਤ ਸੁਖ ਪਾਇਆ। ਬੰਦੇ ਦੇ ਅੰਦਰ ਅੱਜ ਦੀ ਚਿੰਤਾ ਥੋੜ੍ਹੀ ਆ, ਕਦੋਂ ਦੀ ਆ, ਬਚਪਨ ਤੋਂ ਲੈ ਕੇ ਆ। ਅੱਜ ਦੀ ਤੰਦ ਥੋੜ੍ਹੀ ਟੁੱਟੀ ਆ ਰੱਬ ਦੇ ਨਾਲੋਂ, ਕਦੋਂ ਦੀ ਟੁੱਟੀ ਆ। ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਹੈ, ਕਹਿੰਦਾ ਮਾਂ ਦੇ ਗਰਭ ਦੇ ਵਿੱਚੋਂ ਜਦੋਂ ਬੱਚਾ ਬਾਹਰ ਆਉਂਦਾ ਹੈ, ਪਹਿਲੇ ਪਿਆਰ ਲੱਗਾ ਥਣ ਦੁੱਧ। ਸਭ ਤੋਂ ਪਹਿਲਾ ਪਿਆਰ ਉਹਦਾ ਫਸਟ ਲਵ ਜਿਹਨੂੰ ਕਹਿੰਦੇ ਨੇ, ਕਿਹਦੇ ਨਾਲ ਹੁੰਦਾ? ਮਾਂ ਦੇ ਦੁੱਧ ਨਾਲ ਹੁੰਦਾ। ਗੁਰੂ ਨਾਨਕ ਦੇਵ ਜੀ, ਪਹਿਲੇ ਪਿਆਰ ਲੱਗਾ ਥਣ ਦੁੱਧ। ਜਦੋਂ ਹੀ ਉਹਨੂੰ ਪਤਾ ਲੱਗਦਾ ਮੈਂ ਰੋਂਦਾ ਹਾਂ, ਰੋਣ ਤੇ ਮੈਨੂੰ ਕੋਈ ਦੁੱਧ ਪਿਲਾਉਣ ਵਾਸਤੇ ਆ ਜਾਂਦਾ, ਉਦੋਂ ਪਹਿਲਾ ਤੰਦ ਰੱਬ ਨਾਲੋਂ ਉਸ ਵਕਤ ਬੰਦੇ ਦਾ ਟੁੱਟਦਾ ਹੈ, ਟੁੱਟ ਜਾਂਦੀ ਉਹਦੀ ਪ੍ਰੀਤ। ਫਿਰ ਦੂਜੇ ਮਾਏ ਬਾਪ ਕੀ ਸੁੱਧ, ਫਿਰ ਉਹਨੂੰ ਹੌਲੀ ਹੌਲੀ ਮਾਂ ਪਿਓ ਦੀ ਸੋਝੀ ਆਉਂਦੀ ਆ। ਇਹ ਮੇਰੇ ਮਾਤਾ ਜੀ ਨੇ, ਇਹ ਮੇਰੇ ਪਿਤਾ ਜੀ ਨੇ। ਪਤਾ ਲੱਗਦਾ ਮਾਂ ਦੀ ਛੋਹ ਮਹਿਸੂਸ ਹੁੰਦੀ ਆ ਉਹਨੂੰ, ਬੱਚੇ ਨੂੰ ਚੱਕਦੀ ਹੈ। ਪਿਤਾ ਦੀ ਛੋਹ ਮਹਿਸੂਸ ਹੁੰਦੀ ਆ। ਮੋਹ ਵਿੱਚ ਪੈ ਕੇ ਉਦੋਂ ਦੂਜੀ ਤੰਦ, ਇੱਕ ਹੋਰ ਤੰਦ ਰੱਬ ਦੇ ਨਾਲੋਂ ਟੁੱਟ ਜਾਂਦੀ ਆ। ਤੀਜੇ ਭਈਆ ਭਾਬੀ ਵੇਵ, ਚੌਥੇ ਪਿਆਰ ਉਪੰਨੀ ਖੇਡ। ਤੇ ਤੀਜੀ ਅਵਸਥਾ ਦੇ ਵਿੱਚ ਕੀ ਹੁੰਦਾ? ਮਾਂ ਪਿਓ ਤੋਂ ਬਾਅਦ ਭਰਾ ਭੈਣ, ਦੋਸਤ ਮਿੱਤਰ, ਇਹਨਾਂ ਦੀ ਸਮਝ ਪੈਂਦੀ ਹੈ। ਖੇਡਾਂ ਦੇ ਵਿੱਚ ਬੰਦੇ ਦਾ ਮਨ ਲੱਗ ਜਾਂਦਾ, ਬੱਚੇ ਦਾ ਮਨ ਲੱਗ ਜਾਂਦਾ, ਪਰਚ ਜਾਂਦਾ ਹੈ। ਇੱਕ ਤੰਦ ਰੱਬ ਦੇ ਨਾਲੋਂ ਹੋਰ ਟੁੱਟ ਜਾਂਦਾ ਜਦੋਂ ਬੱਚੇ ਨੂੰ ਪਤਾ ਲੱਗਦਾ ਮੈਂ ਰੋਂਦਾ ਹਾਂ ਤੇ ਰੋਣ ਦੇ ਨਾਲ ਮੈਨੂੰ ਚੀਜ਼ਾਂ ਮਿਲਦੀਆਂ ਨੇ, ਮਾਂ ਪਿਓ ਲੈ ਕੇ ਦਿੰਦੇ ਨੇ। ਕਿਸੇ ਚੀਜ਼ ਲਈ ਰੋਣਾ ਵੀ ਪੈਂਦਾ, ਜਿੱਦ ਵੀ ਕਰਨੀ ਪੈਂਦੀ ਆ। ਜਦੋਂ ਇਹ ਬੱਚੇ ਨੂੰ ਪਤਾ ਲੱਗਦਾ ਤਾਂ ਉਦੋਂ ਬਾਅਦ ਉਹਦਾ ਇੱਕ ਤੰਦ ਰੱਬ ਦੇ ਨਾਲੋਂ ਟੁੱਟ ਜਾਂਦਾ ਹੈ। ਹੌਲੀ ਹੌਲੀ ਸਕੂਲ ਦੇ ਵਿੱਚ ਪੜ੍ਹਨੇ ਪਾਇਆ ਜਾਂਦਾ। ਪੰਜਵੇਂ ਖਾਣ ਪੀਣ ਕੀ ਧਾਤ, ਵੱਡਾ ਹੁੰਦਾ, ਖਾਣ ਪੀਣ ਦਾ ਸ਼ੌਕੀਨ ਹੁੰਦਾ ਬੰਦਾ। ਤਾਂ ਇਸ ਪ੍ਰਕਾਰ ਫਿਰ ਹੌਲੀ ਹੌਲੀ ਉਹਦੇ ਮਨ ਦੇ ਅੰਦਰ ਬਲਬਲੇ ਪੈਦਾ ਹੁੰਦੇ ਨੇ। ਉਹਨੂੰ ਪਤਾ ਲੱਗਦਾ ਵੀ ਇਕੱਲਾ ਕਹਿਣ ਦੇ ਨਾਲ ਨਹੀਂ, ਗੁੱਸਾ ਵੀ ਕਰਨਾ ਪੈਂਦਾ, ਗੁੱਸਾ ਵੀ ਕਰਨਾ ਪੈਂਦਾ, ਕ੍ਰੋਧ ਵੀ ਕਰਨਾ ਪੈਂਦਾ ਕਿਸੇ ਨੂੰ ਆਪਣੀ ਗੱਲ ਮਨਵਾਉਣ ਲਈ। ਜਦੋਂ ਬੰਦਾ ਪਹਿਲੀ ਵਾਰੀ ਕ੍ਰੋਧ ਕਰਦਾ ਆਪਣੀ ਗੱਲ ਮਨਾਉਣ ਲਈ, ਇੱਕ ਤੰਦ ਰੱਬ ਦੇ ਨਾਲੋਂ ਹੋਰ ਟੁੱਟ ਜਾਂਦਾ ਉਹਦਾ। ਛੇਵੇਂ ਕਾਮ ਨ ਪੁੱਛੈ ਜਾਤ, ਸਤਵੇਂ ਸੰਝ ਕੀਆ ਕਰਵਾਸ, ਅੱਠਵੇਂ ਕ੍ਰੋਧ ਹੁਆ ਤਨ ਨਾਸ। ਫਿਰ ਬੰਦੇ ਨੂੰ ਪਤਾ ਲੱਗਦਾ ਹੈ, ਪਹਿਲਾਂ ਬਚਪਨ ਦੇ ਵਿੱਚ ਬੱਚਾ ਬੱਚੀ ਸਾਰੇ ਇਕੱਠੇ ਖੇਡਦੇ ਹੁੰਦੇ ਆ। ਜਦੋਂ ਵੱਡਾ ਹੁੰਦਾ ਬੱਚਾ, ਬੱਚੀਆਂ ਵੱਡੀਆਂ ਹੁੰਦੀਆਂ ਨੇ, ਵਾਸ਼ਨਾ ਬੰਦੇ ਅੰਦਰ ਪੈਦਾ ਹੁੰਦੀ ਆ। ਪਰਾਏ ਰੂਪ ਨੂੰ ਦੇਖ ਕੇ ਜਦੋਂ ਹੀ ਇਹ ਵਾਸ਼ਨਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਆ, ਇੱਕ ਤੰਦ ਹੋਰ ਰੱਬ ਦੇ ਨਾਲੋਂ ਟੁੱਟ ਜਾਂਦਾ।
ਆਪਦੀਆਂ ਚੀਜ਼ਾਂ ਬਣਾ ਕੇ ਬੰਦਾ ਪਹਿਲੀ ਵਾਰੀ ਉਹਦਾ ਮਾਣ ਜਿਹਾ ਕਰਦਾ ਹੈ, ਉਹਨੂੰ ਮਾਣ ਮਹਿਸੂਸ ਹੁੰਦਾ ਵੀ ਮੇਰੀ ਬਣਾਈ ਹੋਈ ਚੀਜ਼ ਆ, ਉਦੋਂ ਇੱਕ ਤੰਦ ਹੋਰ ਟੁੱਟ ਜਾਂਦਾ ਰੱਬ ਦੇ ਨਾਲੋਂ, ਇੱਕ ਤੰਦ ਹੋਰ ਟੁੱਟ ਜਾਂਦਾ ਹੈ ਰੱਬ ਦੇ ਨਾਲੋਂ। ਫਿਰ ਉਹਨੂੰ ਪਤਾ ਲੱਗ ਜਾਂਦਾ ਬੰਦੇ ਨੂੰ, ਜਦੋਂ ਆਪਣੀ ਤਾਕਤ ਦਾ ਅਹਿਸਾਸ ਹੁੰਦਾ ਕਿ ਮੈਂ ਵੀ ਆਪਣੇ ਵਰਗੇ ਬੱਚਿਆਂ ਨੂੰ ਜਨਮ ਦੇ ਸਕਦਾ ਹਾਂ ਜਾਂ ਦੇ ਸਕਦੀ ਹਾਂ, ਆਪਣੀ ਕੁੱਖ 'ਚੋਂ ਮਾਸ ਦੇ ਲੋਥੜੇ ਨੂੰ ਜਨਮ ਦੇ ਸਕਦੀ ਹਾਂ, ਜਾਂ ਇਹ ਦੋਨਾਂ ਪਤੀ ਪਤਨੀ ਨੂੰ ਚੀਜ਼ ਦਾ ਪਤਾ ਲੱਗਦਾ ਇਹਨਾਂ ਗੱਲਾਂ ਦਾ, ਉਦੋਂ ਇਹ ਗੱਲਾਂ ਜਾਣ ਕੇ ਬੰਦੇ ਨੂੰ ਲੱਗਦਾ ਮੈਂ ਕੁਝ ਹਾਂ, ਮੈਂ ਕੁਝ ਹਾਂ। ਇੱਕ ਤੰਦ ਹੋਰ ਟੁੱਟ ਜਾਂਦਾ ਹੈ ਰੱਬ ਦੇ ਨਾਲੋਂ। ਹੈ ਨਿੱਕੀਆਂ ਨਿੱਕੀਆਂ ਗੱਲਾਂ ਪਰ ਨੋਟ 'ਚ ਲਿਆਉਣ ਵਾਲੀਆਂ ਨੇ। ਫਿਰ ਬੰਦਾ ਮੇਰੀ ਮੇਰੀ ਕਰਕੇ ਬੰਧਨਾਂ 'ਚ ਪੈ ਜਾਂਦਾ ਹੈ। ਉਹਨੂੰ ਪਤਾ ਲੱਗ ਜਾਂਦਾ ਕ੍ਰੋਧ ਬੜਾ ਜ਼ਰੂਰੀ ਆ ਕਿਸੇ ਨੂੰ ਦਬਾਉਣ ਵਾਸਤੇ, ਹੰਕਾਰ ਬੜਾ ਮੇਰੇ ਲਈ ਜ਼ਰੂਰੀ ਆ ਕਿਸੇ ਨੂੰ ਦਬਾਉਣ ਵਾਸਤੇ, ਨੀਵਾਂ ਦਿਖਾਉਣ ਵਾਸਤੇ। ਤਾਂ ਇਵੇਂ ਇਵੇਂ ਕਰਕੇ ਇੱਕ ਇੱਕ ਤੰਦ ਗੁਰੂ ਨਾਲੋਂ, ਰੱਬ ਨਾਲੋਂ ਬੰਦੇ ਦਾ ਟੁੱਟ ਜਾਂਦਾ ਹੈ। ਫਿਰ ਉਹਦੀ ਸਾਰਾ ਇੱਧਰ ਉੱਧਰ ਹੋ ਜਾਂਦਾ, ਭਾਵ ਕਿ ਜਿਹੜੀ ਚੀਜ਼ ਜੁੜੀ ਹੁੰਦੀ ਆ, ਆਤਮਾ ਜਿਹੜੀ ਜੁੜੀ ਹੁੰਦੀ ਆ ਪਰਮਾਤਮਾ ਨਾਲੋਂ, ਉਹਦੀ ਵਿੱਥ ਪੈ ਜਾਂਦੀ ਹੈ, ਉਹਦੀ ਵਿੱਥ ਪੈ ਜਾਂਦੀ ਆ, ਅਲੱਗ ਅਲੱਗ ਹੋ ਜਾਂਦੇ ਨੇ। ਤਾਂ ਇਹ ਚੀਜ਼ ਕਰਦਾ ਕੌਣ ਆ? ਇਨਸਾਨ ਕਰਦਾ ਹੈ। ਕਿਹਦੇ ਪਿੱਛੇ ਲੱਗ ਕੇ? ਵਿਕਾਰਾਂ ਦੇ ਪਿੱਛੇ ਲੱਗ ਕੇ। ਧੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਧੁਰਕੀ ਬਾਣੀ ਜਿਹੜੀ ਆ, ਰੱਬੀ ਬਾਣੀ ਜਦੋਂ ਹਿਰਦੇ ਵਿੱਚ ਆਉਂਦੀ ਆ, ਬੰਦੇ ਨੂੰ ਪਤਾ ਲੱਗਦਾ ਮੈਂ ਕੁਝ ਵੀ ਨਹੀਂ ਹਾਂ, ਇਹ ਜ਼ਿੰਦਗੀ ਸੁਪਨਾ ਹੈ, ਝੂਠ ਹੈ। ਤਾਂ ਉਹਦੀਆਂ ਸਾਰੀਆਂ ਚਿੰਤਾਵਾਂ ਇਹ ਸੱਚ ਨੂੰ ਸਵੀਕਾਰ ਕਰਕੇ ਮਿਟ ਜਾਂਦੀਆਂ ਨੇ। ਜਿਵੇਂ ਸੁਪਨੇ ਦੇ ਵਿੱਚ ਅਸੀਂ ਘਬਰਾ ਜਾਂਦੇ ਹਾਂ ਮਾੜਾ ਸੁਪਨਾ ਦੇਖ ਕੇ, ਅੱਖ ਖੁੱਲ੍ਹਦੀ ਆ ਕਹਿੰਦੇ ਲੈ ਸੁਪਨਾ ਹੀ ਸੀ, ਉਹਦੀ ਚਿੰਤਾ ਲੈ ਜਾਂਦੀ ਆ। ਇੰਨੇ ਸੱਚ ਨੂੰ ਜਾਣ ਕੇ ਕਿ ਇਹ ਜ਼ਿੰਦਗੀ ਵੀ ਸੁਪਨਾ ਹੀ ਆ, ਆਪੇ ਟੈਨਸ਼ਨ ਲੈ ਜਾਂਦੀ ਆ। ਹਰ ਨਾਨਕ ਸਾਚ ਬਖਾਨਾ, ਦਇਆਲ ਪੁਰਖ ਮਿਹਰਬਾਨਾ। ਪਰ ਜਦੋਂ ਗੁਰੂ ਜੀ ਕਿਰਪਾਲੂ ਹੁੰਦੇ ਨੇ, ਉਦੋਂ ਇਹ ਸੱਚ ਆ ਜਿਹੜਾ ਬੰਦੇ ਨੂੰ ਦਿਖਦਾ ਹੈ। ਮਹਾਂਪੁਰਸ਼ਾਂ ਨੇ ਇੱਕ ਸਾਖੀ ਲਿਖੀ ਆ, ਬੜੀ ਪਿਆਰੀ ਆ, ਜਿਹਦੇ ਵਿੱਚ ਬੰਦਾ ਆਪਦੇ ਆਪ ਨੂੰ ਸਮਝ ਲੈਂਦਾ ਮੈਂ ਕੁਝ ਹੈਗਾ, ਪਰ ਅਸਲ 'ਚੋਂ ਹੁੰਦਾ ਹੀ ਨਹੀਂ ਕੁਝ। ਮਿੱਟੀ ਤੋਂ ਉਪਜਿਆ ਮਿੱਟੀ ਹੋ ਜਾਣਾ, ਰੇਤਾ ਦੇ ਕਾਣਾ ਤੇ ਭੁਰ ਜਾਣਾ। ਇੱਕ ਪਾਦਰੀ ਸੀ, ਉਹਨੂੰ ਥੋੜ੍ਹਾ ਨਾ ਇੱਦਾਂ ਸੀ ਕਿ ਮੈਂ ਪਾਦਰੀ ਹਾਂ, ਆਮ ਬੰਦਿਆਂ ਨੂੰ ਮੈਂ ਉੱਚਾ ਹਾਂ ਅਤੇ ਮੈਂ ਦੂਜਿਆਂ ਨੂੰ ਪ੍ਰਚਾਰ ਕਰਦਾ, ਮੈਂ ਬੜਾ ਨੇੜੇ ਹਾਂ ਰੱਬ ਦੇ। ਅਤੇ ਉਹਦਾ ਦਿਲ ਕੀਤਾ ਕਿ ਮੈਂ ਪਰਮਾਤਮਾ ਨੂੰ ਮਿਲਾਂ। ਇੱਕ ਦਿਨ ਸੌਂ ਰਿਹਾ ਸੀ ਅਤੇ ਪਰਮਾਤਮਾ ਨੇ ਉੱਦਾਂ ਦੀ ਵਿਧੀ ਬਣਾ ਦਿੱਤੀ। ਕਈ ਚੀਜ਼ਾਂ ਗੁਰੂ ਵੀ ਸੁਪਨਿਆਂ ਰਾਹੀਂ ਸਮਝਾ ਸਕਦਾ ਅਤੇ ਸਮਝਾਉਂਦਾ ਵੀ ਆ, ਸਮਝਾਈਆਂ ਵੀ ਆ। ਸੌਂ ਗਿਆ ਅਤੇ ਸੁਪਨਾ ਆਇਆ। ਰੱਬ ਨੇ ਸੋਚਿਆ ਇਹਨੂੰ ਚਾਨਣ ਕਰਾ ਦਈਏ। ਜਿਵੇਂ ਇੱਥੇ ਮਹਾਰਾਜ ਕਹਿੰਦੇ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਜਦੋਂ ਦਿਆਲੂ ਹੋ ਜਾਂਦਾ, ਉਹ ਸੁਪਨੇ ਰਾਹੀਂ ਵੀ ਸੱਚ ਦਿਖਾ ਸਕਦਾ ਬੰਦੇ ਨੂੰ, ਅਤੇ ਸੁਪਨੇ ਰਾਹੀਂ ਬੰਦਾ ਸਮਝ ਵੀ ਜਾਂਦਾ ਜਦੋਂ ਉਹਦੀ ਕਿਰਪਾ ਹੋ ਜਾਂਦੀ ਹੈ। ਨਹੀਂ ਸਮਝਦਾ, ਸਮਝਾਇਆ ਨਹੀਂ ਸਮਝਦਾ। ਸਮਝਣਾ ਇੱਕ ਅੱਖਰ ਤੋਂ ਸਮਝ ਜਾਣਾ, ਸਮਝਣਾ ਖੰਭੇ 'ਤੇ ਲਿਖੀ ਇੱਕ ਗੱਲ ਤੋਂ ਸਮਝ ਜੂ ਬੰਦਾ। ਨਹੀਂ ਸਮਝਣਾ, ਸਮਝਣਾ ਹੀ ਨਹੀਂ। ਇਹ ਸਿਰਫ ਕਿਰਪਾ ਦੀਆਂ ਨਿਸ਼ਾਨੀਆਂ ਨੇ। ਸੁਪਨਾ ਆਇਆ ਇਹਨੂੰ, ਇਹ ਦਰਵਾਜ਼ੇ 'ਤੇ ਖੜਾ ਹੈ, ਸਵਰਗ ਦੇ ਦਰਵਾਜ਼ੇ 'ਤੇ। ਬਹੁਤ ਵੱਡਾ ਮਹਾਂਪੁਰਸ਼ ਕਹਿੰਦੇ ਦਰਵਾਜ਼ਾ ਖੜਕਾ ਰਿਹਾ, ਜ਼ੋਰ ਜ਼ੋਰ ਦੀ ਖੜਕਾ ਰਿਹਾ। ਇਹਨੂੰ ਲੱਗ ਰਿਹਾ ਸੱਚ ਆ, ਸੁਪਨਾ ਇਉਂ ਹੀ ਲੱਗਦਾ ਆਪਾਂ ਨੂੰ। ਤੁਹਾਨੂੰ ਵੀ ਆਇਆ ਹੋਵੇਗਾ, ਤੁਹਾਨੂੰ ਲੱਗਾ ਹੋਣਾ ਵੀ ਇਹ ਸੱਚ ਆ। ਬੁਰੇ ਵੀ ਆਉਂਦੇ ਨੇ, ਚੰਗੇ ਵੀ ਆਉਂਦੇ ਨੇ, ਮਾੜੇ ਸੁਪਨੇ ਵੀ ਆਉਂਦੇ ਨੇ, ਸੋਹਣੇ ਚੰਗੇ ਸੁੰਦਰ ਸੁਪਨੇ ਵੀ ਆਉਂਦੇ ਨੇ। ਤਾਂ ਇਹ ਸਵਰਗਾਂ ਦੇ ਦਰਵਾਜ਼ੇ ਅੱਗੇ ਖੜਾ ਹੈ, ਜ਼ੋਰ ਜ਼ੋਰ ਦੀ ਖੜਕਾ ਰਿਹਾ। ਦਰਵਾਜ਼ਾ ਬਹੁਤ ਵੱਡਾ ਹੈ, ਕੋਈ ਸੁਣ ਹੀ ਨਹੀਂ ਰਿਹਾ। ਕਹਿੰਦਾ ਖੋਲ੍ਹੋ ਦਰਵਾਜ਼ਾ, ਖੋਲ੍ਹੋ ਦਰਵਾਜ਼ਾ, ਮੈਂ ਰੱਬ ਦੇ ਦਰਸ਼ਨ ਕਰਨੇ ਆ। ਉੱਪਰ ਲਿਖਿਆ ਸਵਰਗ ਦਾ ਦਰਵਾਜ਼ਾ।
ਬਹੁਤ ਖੜਕਾਇਆ, ਦਰਵਾਜ਼ਾ ਤਾਂ ਨਹੀਂ ਖੁੱਲਿਆ। ਦਰਵਾਜ਼ੇ 'ਚ ਇੱਕ ਨਿੱਕੀ ਜਿਹੀ ਖਿੜਕੀ ਸੀ, ਉਹ ਖੁੱਲੀ ਤੇ ਉਹਨੇ ਵਿੱਚੋਂ ਅੱਖਾਂ ਬਾਹਰ ਕੱਢੀਆਂ। ਅੱਖਾਂ ਦੇ ਵਿੱਚ ਤੇਜ ਬੜਾ ਸੀ, ਬੜੀ ਰੋਸ਼ਨੀ, ਦੇਖਿਆ ਨਹੀਂ ਸੀ ਜਾਂਦਾ। ਇਹ ਲੁਕ ਗਿਆ ਕਿਉਂਕਿ ਅੱਖਾਂ ਦੇ ਵੱਲ ਦੇਖਿਆ ਨਹੀਂ ਗਿਆ। ਲਾਂਭੇ ਹੋ ਗਿਆ। ਪੁੱਛਣ ਲੱਗਾ, ਤੁਸੀਂ ਕੌਣ ਹੋ? ਰੱਬ ਹੋ, ਪਰਮਾਤਮਾ ਹੋ? ਅੱਖਾਂ 'ਚ ਇੰਨਾ ਤੇਜ ਆ। ਉਹ ਕਹਿਣ ਲੱਗਾ, ਨਹੀਂ ਮੈਂ ਰੱਬ ਨਹੀਂ ਹਾਂ, ਮੈਂ ਤਾਂ ਉਹਦਾ ਦਵਾਰਪਾਲ ਹਾਂ, ਰਖਵਾਲਾ ਹਾਂ, ਇਹ ਦਰਵਾਜ਼ੇ ਦੀ ਰਾਖੀ ਕਰਨ ਵਾਲਾ। ਤੇ ਤੂੰ ਕੌਣ ਹੈ? ਮੈਂ ਤਾਂ ਦੱਸਦਾ ਕੌਣ ਆ ਤੇ ਤੂੰ ਕੌਣ ਆ? ਕਹਿੰਦਾ ਮੈਂ ਇਨਸਾਨ ਹਾਂ ਤੇ ਪਾਦਰੀ ਹਾਂ। ਉਹ ਕਹਿਣ ਲੱਗਾ, ਇਨਸਾਨ ਕੀ ਹੁੰਦਾ? ਉਹ ਕਹਿੰਦਾ, ਮੈਂ ਇਨਸਾਨ ਹਾਂ, ਮੈਂ ਪ੍ਰਿਥਵੀ ਤੇ ਰਹਿੰਦਾ ਹਾਂ, ਪ੍ਰਿਥਵੀ ਤੇ ਰਹਿੰਦਾ ਹਾਂ। ਉੱਥੇ ਇੱਕ ਚਰਚ ਆ, ਕੈਥੋਲਿਕ ਚਰਚ, ਉੱਥੋਂ ਦਾ ਮੈਂ ਪਾਦਰੀ ਹਾਂ। ਕਹਿਣ ਲੱਗਾ, ਦਵਾਰਪਾਲ, ਇੱਥੇ ਇੱਕ ਧਰਤੀ ਨਹੀਂ, ਬਹੁਤ ਧਰਤੀਆਂ ਨੇ। ਇੱਕ ਸੂਰਜ ਨਹੀਂ, ਬੜੇ ਸੂਰਜ ਨੇ ਬ੍ਰਹਿਮੰਡ ਦੇ ਵਿੱਚ। ਤੂੰ ਇਹ ਦੱਸ, ਤੂੰ ਕਿਹੜੀ ਧਰਤੀ ਤੋਂ ਆਇਆ? ਕਿਹੜੀ ਧਰਤੀ ਤੋਂ ਆਇਆ? ਉਹਦਾ ਕੋਈ ਟਿਕਾਣਾ ਹੋਵੇਗਾ, ਅਤਾ ਪਤਾ ਹੋਵੇਗਾ, ਕੋਈ ਨੰਬਰ ਹੋਵੇਗਾ, ਫਲਾਣੇ ਨੰਬਰ ਦੀ ਧਰਤੀ ਦੱਸ, ਮੈਂ ਫਿਰ ਤਾਂ ਬੁੱਝੂੰਗਾ। ਇੱਥੇ ਤਾਂ ਬੜੀਆਂ ਧਰਤੀਆਂ ਨੇ, ਬੜਾ ਕੁਝ ਹੈ, ਬੜੇ ਤਾਰੇ ਨੇ, ਤੂੰ ਦੱਸ ਤੂੰ ਕਿੱਥੋਂ ਆਇਆ? ਕਹਿੰਦਾ ਮੈਂ ਧਰਤੀ ਤੋਂ ਆਇਆ। ਉਹ ਕਹਿੰਦੇ ਪੂਰਾ ਦੱਸ। ਇੱਕ ਧਰਤੀ ਥੋੜ੍ਹੀ ਹੈ ਇੱਥੇ, ਇੱਕ ਪਾਦਰੀ ਥੋੜ੍ਹੀ ਆ, ਕਈ ਤੇਰੇ ਵਰਗੇ ਬਣਾ ਕੇ ਤੇ ਮਿਟ ਗਏ ਜ਼ਿੰਦਗੀ ਕੇ ਨਿਸ਼ਾਨ, ਕੈਸੇ ਕੈਸੇ ਜ਼ਮੀਨ ਖਾ ਗਈ ਆਸਮਾਂ, ਕੈਸੇ ਕੈਸੇ ਜ਼ਮੀਨ ਖਾ ਗਈ ਕਈਆਂ ਨੂੰ ਤੇ ਕਈਆਂ ਨੂੰ ਅਸਮਾਨ ਖਾ ਗਿਆ। ਤੇਰੇ ਵਰਗੇ ਇੱਥੇ ਬੜੇ ਆਉਂਦੇ ਨੇ, ਪੂਰਾ ਸਹੀ ਪਤਾ ਦੱਸ। ਇਹ ਪਾਦਰੀ ਸੋਚਣ ਲੱਗਾ, ਇਹਨਾਂ ਨੂੰ ਪਤਾ ਹੀ ਨਹੀਂ, ਪਤਾ ਤਾਂ ਨਹੀਂ, ਇੱਕ ਪ੍ਰਿਥਵੀ ਨਹੀਂ, ਇੱਥੇ ਤਾਂ ਬਹੁਤ ਪ੍ਰਿਥਵੀਆਂ ਨੇ, ਬੜਾ ਵੱਡਾ ਇਹ ਮੰਡਲ ਆ। ਸੂਰਜ ਦਾ ਪਰਿਵਾਰ, ਇੱਕ ਸੂਰਜ ਥੋੜ੍ਹੀ ਆ, ਕਈ ਨੇ, ਇੱਕ ਧਰਤੀ ਥੋੜ੍ਹੀ ਆ, ਕਈ ਗ੍ਰਹਿ ਨੇ। ਤਾਂ ਉਹਨਾਂ ਵਿੱਚੋਂ ਤੂੰ ਕਿੱਥੋਂ ਆਇਆ? ਤੇ ਜ਼ਰੂਰੀ ਤਾਂ ਨਹੀਂ ਵੀ ਇੱਕ ਧਰਤੀ 'ਤੇ ਜੀਵਨ ਆ, ਇਹੋ ਜਿਹੀਆਂ ਕਈ ਧਰਤੀਆਂ ਹੋਣਗੀਆਂ ਜਿੱਥੇ ਜੀਵਨ ਸੰਭਵ ਹੈ। ਤਾਂ ਇਹਨੂੰ ਪਤਾ ਲੱਗਾ ਕਿ ਮੈਂ ਕੁਝ ਵੀ ਨਹੀਂ, ਮੈਂ ਅਸਲ ਦੇ ਵਿੱਚ ਮੰਨੀ ਫਿਰਦਾ ਸੀ ਮੈਂ ਪਾਦਰੀ ਹਾਂ ਤੇ ਕੈਥੋਲਿਕ ਚਰਚ ਦਾ, ਤੇ ਉਹ ਸੰਪਰਦਾ ਬਾਰੇ ਇਹਨਾਂ ਨੂੰ ਕੀ ਪਤਾ ਹੋਵੇਗਾ। ਏਡੀ ਵੱਡੀ ਪ੍ਰਿਥਵੀ ਜਿਹਨੂੰ ਮੈਂ ਸਮਝਦਾ ਸੀ, ਅਸਲ 'ਚ ਉਹ ਕੁਝ ਵੀ ਨਹੀਂ ਹੈਗੀ ਬ੍ਰਹਿਮੰਡ ਦੇ ਸਾਹਮਣੇ। ਤੇ ਬੰਦਾ ਉਹਦੇ ਸਾਹਮਣੇ ਕੀ ਹੋਵੇਗਾ? ਪ੍ਰਿਥਵੀ ਬਹੁਤ ਵੱਡੀ ਆ ਨਾ, ਧਰਤੀ ਬਹੁਤ ਵੱਡੀ ਆ, ਸਾਨੂੰ ਲੱਗਦਾ। ਕਦੇ ਤੁਸੀਂ ਬ੍ਰਹਿਮੰਡ ਦੀ ਫੋਟੋ ਦੇਖਣਾ, ਜਿਹੜੀ ਗਲੈਕਸੀ ਦੀ ਫੋਟੋ ਆ, ਉਹਦੇ ਸਾਹਮਣੇ ਕੱਖ ਵੀ ਨਹੀਂ ਹੈ। ਤਾਂ ਬੰਦਾ ਉਹਦੇ ਵਿੱਚ ਰਹਿਣ ਵਾਲਾ ਕੀ ਹੋਵੇਗਾ? ਇਹਦਾ ਵਜੂਦ ਕੀ ਹੈ? ਇਹਦੀ ਅੱਖ ਖੁੱਲੀ, ਇਹਨੂੰ ਸਮਝ ਆਈ ਮੈਂ ਤਾਂ ਮੰਨੀ ਫਿਰਦਾ ਸੀ ਆਪਦੇ ਆਪ ਨੂੰ ਬਹੁਤ ਵੱਡਾ, ਬਹੁਤ ਵੱਡਾ, ਮੈਂ ਤਾਂ ਕੁਝ ਵੀ ਨਹੀਂ ਹਾਂ। ਇਹ ਤਾਂ ਇੱਕ ਸੁਪਨਾ ਸੀ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਉੱਥੇ ਮੇਰੇ ਵਰਗੇ ਪਤਾ ਹੀ ਨਹੀਂ ਕਿੰਨੇ ਕੁ ਦਫਨਾ ਦਿੱਤੇ ਨੇ ਤੇ ਕਿੰਨੇ ਕੁ ਚਲੇ ਗਏ, ਕਿੰਨੇ ਕਾਏ ਪੱਤੇ, ਕਿੰਨੇ ਕੁ ਝੜ ਗਏ ਨਵੇਂ, ਇਹ ਪਤਾ ਹੀ ਨਹੀਂ ਲੱਗ ਰਿਹਾ। ਇਸ ਕਰਕੇ ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਂਬ, ਜਾਏ ਪਹੁੰਚੈ ਖਸਮ ਕੋ, ਜੋ ਬੀਚ ਨਾ ਖਾਹੀ ਕਾਂਬ। ਕਬੀਰ ਸਾਹਿਬ ਇੱਕ ਉਦਾਹਰਨ ਦਿੰਦੇ ਨੇ, ਸਾਡੇ ਤੇ ਇਨਸਾਨ ਤੇ ਲਾਗੂ ਹੁੰਦੀ ਆ, ਹੈਗੀ ਇੱਕ ਦਰਖਤ ਦੀ ਉਦਾਹਰਨ। ਕਹਿੰਦੇ ਅੰਬਾਂ ਨੂੰ ਜਦੋਂ ਬੂਰ ਪੈਂਦਾ, ਫਲ ਲੱਗਦਾ, ਉਹਨਾਂ ਚੋਂ ਸਾਰੇ ਫਲ ਮਾਲਕ ਤੱਕ ਨਹੀਂ ਪਹੁੰਚਦੇ। ਹਨੇਰੀ ਆਉਂਦੀ ਆ, ਝੜ ਜਾਂਦੇ ਨੇ, ਕੱਚੇ ਟੁੱਟ ਜਾਂਦੇ ਨੇ, ਤੇ ਕਈਆਂ ਨੂੰ ਤੋਤੇ ਟੁੱਕ ਦਿੰਦੇ ਨੇ, ਕਈਆਂ ਨੂੰ ਆ ਕੇ ਪੰਛੀ ਖਾ ਜਾਂਦੇ ਆ। ਕੁਝ ਹੀ ਆ ਜਿਹੜੇ ਮਾਲਕ ਤੱਕ ਪਹੁੰਚਦੇ ਆ। ਉਹ ਜਾਏ ਪਹੁੰਚੈ ਖਸਮ ਕੋ, ਜੋ ਬੀਚ ਨਾ ਖਾਹੀ ਕਾਂਬ। ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਂਬ। ਅੰਬ ਦੇ ਬੂਟੇ ਤੇ ਅੰਬ ਪੱਕ ਰਹੇ ਆ, ਬੂਰ ਲੱਗ ਰਿਹਾ, ਪਰ ਮਾਲੀ ਮਾਲਕ ਤੱਕ ਉਹ ਲੈ ਕੇ ਜਾਊਗਾ ਜਿਹੜੇ ਸਹੀ ਆ, ਜਿਹੜੇ ਝੜ ਗਏ, ਜਿਨ੍ਹਾਂ ਨੂੰ ਤੋਤਾ ਟੁੱਕ ਗਿਆ ਜਾਂ ਪੰਛੀ ਖਾ ਗਏ ਕੋਈ ਵੀ ਤਰ੍ਹਾਂ ਦੇ, ਉਹ ਨਹੀਂ ਜਾਣਗੇ। ਕਹਿਣਾ ਕੀ ਚਾਹੁੰਦੇ ਆ ਕਬੀਰ ਸਾਹਿਬ? ਇਹ ਕਹਿਣਾ ਚਾਹੁੰਦੇ ਆ, ਜ਼ਿੰਦਗੀ ਆ ਇਹ, ਜ਼ਿੰਦਗੀ ਦੇ ਵਿੱਚ ਅਸੀਂ ਵੀ ਇੱਕ ਬੂਟੇ ਦੇ ਨਾਲ ਲੱਗੇ ਹੋਏ ਫਲ ਹਾਂ।
ਇਹ ਧਰਤੀ ਨੂੰ ਇੱਕ ਬੂਟਾ ਜਾਣੋ, ਇਹਦੇ ਨਾਲ ਲੱਗੇ ਹੋਏ ਫਲ ਹਾਂ। ਕਈਆਂ ਨੂੰ ਤਾਂ ਹੰਕਾਰ ਟੁੱਕ ਜਾਂਦਾ, ਕਈਆਂ ਨੂੰ ਹੰਕਾਰ ਟੁੱਕ ਜਾਂਦਾ, ਕਈਆਂ ਨੂੰ ਚਿੰਤਾ ਆਉਂਦੀ ਹੈ ਤੇ ਝਾੜ ਦਿੰਦੀ ਆ, ਟਾਹਣੀ ਨਾਲੋਂ ਤੋੜ ਦਿੰਦੀ ਆ। ਮਾਲਕ ਤੱਕ ਉਹੀ ਪਹੁੰਚਦੇ ਆ ਜਿਹੜੇ ਪੱਕਦੇ ਨੇ, ਜਿਨ੍ਹਾਂ 'ਚ ਰਸ ਭਰਦਾ ਬਾਣੀ ਦਾ, ਤੇ ਆਪੇ ਡਿੱਗਦੇ ਆ, ਆਪੇ ਟੁੱਟ ਕੇ ਜਾਂ ਮਾੜਾ ਜਿਹਾ ਹੱਥ ਲਾਓ ਹੱਥ 'ਚ ਆ ਜਾਂਦੇ ਆ। ਉਹ ਮਾਲਕ ਪਰਮਾਤਮਾ ਤੱਕ ਪਹੁੰਚਦੇ ਆ। ਐਵੇਂ ਸਿੱਖਾ ਬਹੁਤ ਲੋਕ ਨੇ, ਬਹੁਤ ਬੂਰ ਤਾਂ ਬਹੁਤ ਪੈਂਦਾ ਅੰਬਾਂ ਨੂੰ ਕਿ ਸਾਰਾ ਉਹ ਅੰਬ ਬਣ ਜਾਂਦਾ ਹੈ, ਰਸੀਲਾ ਨਹੀਂ, ਕਿ ਕੱਚਾ ਹੀ ਝੜ ਜਾਂਦਾ। ਝੜ ਝੜ ਪਵਦੇ ਕੱਚੇ ਬਿਰਹੀ ਜਿਨ੍ਹਾਂ ਕਾਰ ਨਾ ਆਈ। ਗੁਰੂ ਸਾਹਿਬ ਦੀ ਬਾਣੀ ਵੀ ਕਹਿੰਦੀ ਆ ਝੜਦੇ ਝੜਦੇ ਝੜ ਗਏ ਨੇ। ਕਈਆਂ ਨੂੰ ਹੰਕਾਰ ਝਾੜ ਦਿੰਦਾ, ਕਈਆਂ ਨੂੰ ਤੋਤਾ ਇੱਥੇ ਹੰਕਾਰ ਦਾ ਪ੍ਰਤੀਕ ਆ, ਉਹ ਆ ਕੇ ਟੁੱਕ ਦਿੰਦਾ, ਪਹੁੰਚਦੇ ਹੀ ਨਹੀਂ ਉਹ। ਕਈਆਂ ਨੂੰ ਚਿੰਤਾ ਝਾੜ ਦਿੰਦੀ ਆ, ਮਾਲਕ ਤੱਕ ਨਹੀਂ ਪਹੁੰਚਦੇ। ਇਸ ਕਰਕੇ ਤੁਸੀਂ ਉਹ ਵਾਲੇ ਫਲ ਬਣਨਾ ਜਿਹੜਾ ਪੱਕੇ ਵੀ, ਜਿਹ 'ਚ ਰਸ ਵੀ ਭਰੇ, ਤੇ ਜਿਹੜਾ ਰਸੀਲਾ ਵੀ ਹੋਵੇ ਤੇ ਮਾਲਕ ਤੱਕ ਪਹੁੰਚੇ। ਇੱਥੇ ਮਾਲੀ ਗੁਰੂ ਜੀ ਨੇ, ਮਾਲਕ ਇੱਥੇ ਪ੍ਰਮਾਤਮਾ ਹੈ, ਤੇ ਉਹ ਅੰਬ ਦੇ ਬੂਟੇ ਨੂੰ ਲੱਗਾ ਹੋਇਆ ਬੂਰ ਅਸੀਂ ਹਾਂ। ਟਾਹਣੀ ਨਾਲ ਜੁੜੇ ਰਹਿਣਾ, ਟਾਹਣੀ ਨਾਲ ਜੁੜੇ ਰਹਿਣਾ ਤਾਂ ਕਿ ਰਸ ਭਰਿਆ ਜਾਵੇ, ਕਿਉਂਕਿ ਜੜ ਦੇ ਵਿੱਚੋਂ ਹੀ ਰਸ ਆਉਣਾ। ਟਾਹਣੀ ਨਾਲੋਂ ਜਿਹੜੇ ਟੁੱਟ ਗਏ, ਉਹ ਕੱਚੇ ਰਹਿ ਗਏ, ਉਹ ਨਹੀਂ ਪਹੁੰਚ ਸਕਦੇ। ਇਹੀ ਕਬੀਰ ਸਾਹਿਬ ਜੀ ਦੱਸਦੇ ਨੇ। ਤੋਂ ਸਭ ਤੋਂ ਵੱਡੀ ਬੰਦੇ ਨੂੰ ਜਿਹੜੀ ਚਿੰਤਾ ਹੈ ਉਹ ਹੈ ਮੇਰੇ ਨਾਲ ਇਵੇਂ ਹੋਣਾ ਚਾਹੀਦਾ, ਕਿਤੇ ਇਉਂ ਨਾ ਹੋਵੇ ਨਾ, ਮੇਰੇ ਨਾਲ ਇਉਂ ਨਹੀਂ ਹੋਣਾ ਚਾਹੀਦਾ, ਕਿਤੇ ਇਉਂ ਨਾ ਹੋਵੇ ਹੋ ਜੇ। ਧੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਚਿੰਤਾ ਉਦੋਂ ਦੂਰ ਹੁੰਦੀ ਆ ਜਦੋਂ ਬੰਦਾ ਹਿਰਦੇ ਦੇ ਵਿੱਚ ਬਾਣੀ ਨੂੰ ਵਸਾਉਂਦਾ ਹੈ, ਪਿਆਰ ਨਾਲ ਪੜ੍ਹਦਾ ਹੈ। ਇਉਂ ਪੜ੍ਹਦਾ ਵੀ ਇਹ ਮੇਰੇ ਲਈ ਲਿਖੀ ਆ। ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਵਿੱਚ ਇੱਕ ਬੜੀ ਪਿਆਰੀ ਘਟਨਾ ਹੈ। ਜਦੋਂ ਤੁਸੀਂ ਇਉਂ ਪੜ੍ਹੋਗੇ ਮੈਂ ਪੜ੍ਹ ਰਿਹਾ, ਉਦੋਂ ਨਹੀਂ ਫਲ ਲੱਗਣਾ, ਉਦੋਂ ਤੋਤਾ ਟੁੱਕ ਜਾਏਗਾ, ਹੰਕਾਰ ਟੁੱਕ ਜਾਏਗਾ। ਇਉਂ ਪੜ੍ਹੋਗੇ ਗੁਰੂ ਤੇਰੀ ਕਿਰਪਾ ਨਾਲ ਮੈਂ ਪੜ੍ਹ ਰਿਹਾ, ਫਿਰ ਤੁਸੀਂ ਮਾਲਕ ਤੱਕ ਪਹੁੰਚੋਗੇ। ਗੁਰੂ ਨਾਨਕ ਜੀ ਭਾਈ ਮਰਦਾਨਾ ਜੀ ਨੂੰ ਜਨਮ ਸਾਖੀ 'ਚ ਉਹਨਾਂ ਦੀ ਲਿਖਿਆ, ਕਹਿੰਦੇ ਮਰਦਾਨਿਆਂ ਜਦੋਂ ਤੂੰ ਰਬਾਬ ਵਜਾਉਣਾ ਹੈ, ਜਦੋਂ ਤੂੰ ਰਬਾਬ ਵਜਾਉਂਦਾ ਹੈ, ਸੰਗੀਤ ਪ੍ਰਗਟ ਹੁੰਦਾ, ਮੈਂ ਬਾਣੀ ਗਾਉਂਦਾ ਹਾਂ, ਆਪਾਂ ਕੀਰਤਨ ਕਰਦੇ ਹਾਂ, ਤਾਂ ਜਦੋਂ ਤੂੰ ਮਰਦਾਨਿਆਂ ਰਬਾਬ ਵਜਾਉਣਾ ਕੀਰਤਨ ਕਰਦਾ ਹੈ, ਉਦੋਂ ਕੀ ਹੁੰਦਾ ਹੈ ਕਿ ਉਦੋਂ ਤੂੰ ਨਹੀਂ ਹੁੰਦਾ, ਉਦੋਂ ਤੂੰ ਨਹੀਂ ਹੁੰਦਾ, ਉਦੋਂ ਰੱਬ ਹੁੰਦਾ। ਪਰ ਜਦੋਂ ਤੂੰ ਇਹ ਲੈ ਕੇ ਵਜਾਉਂਦਾ ਰਬਾਬ ਕਿ ਮੈਂ ਅੱਜ ਕੀਰਤਨ ਕਰਾਂਗਾ, ਉਦੋਂ ਮਰਦਾਨਾ ਹੁੰਦਾ, ਉਦੋਂ ਰੱਬ ਨਹੀਂ ਪ੍ਰਗਟ ਹੁੰਦਾ। ਜਦੋਂ ਤੂੰ ਕੀਰਤਨ ਕਰਦਾ ਇਹ ਗੱਲ ਨੂੰ ਰੱਖ ਕੇ ਕਿ ਅੱਜ ਰੱਬ ਮੈਥੋਂ ਰਬਾਬ ਵਜਾਊਗਾ, ਉਦੋਂ ਕਹਿੰਦੇ ਰੱਬ ਹੁੰਦਾ, ਉਦੋਂ ਮਰਦਾਨਾ ਨਹੀਂ ਹੁੰਦਾ। ਜਦੋਂ ਤੂੰ ਕਹਿੰਦਾ ਅੱਜ ਮੈਂ ਕਰੂੰਗਾ, ਉਦੋਂ ਮਰਦਾਨਿਆਂ ਤੂੰ ਹੁੰਨਾ, ਉਦੋਂ ਰੱਬ ਨਹੀਂ ਪ੍ਰਗਟ ਹੁੰਦਾ। ਇਹ ਚੀਜ਼ਾਂ ਵਿੱਚ ਬੜਾ ਅੰਤਰ ਹੈ। ਅੱਜ ਮੈਂ ਬਾਣੀ ਪੜ੍ਹੂੰਗਾ, ਅੱਜ ਮੈਂ ਕਥਾ ਕਰੂੰ ਜਾਂ ਕੀਰਤਨ ਕਰੂੰ, ਕੋਈ ਵੀ ਚੀਜ਼ ਆ, ਮੈਂ ਕੀਤਾ, ਮੈਂ ਕੀਤਾ, ਮੈਂ ਕੀਤਾ, ਮੇਰਾ ਦਾਨ, ਮੇਰਾ ਇਹ ਸਾਰਾ ਪਾਠ, ਮੇਰੀ ਬਾਣੀ, ਮੇਰਾ ਜਪ, ਮੇਰਾ ਤਪ, ਇਹੀ ਚੀਜ਼ਾਂ ਬੰਦੇ ਨੂੰ ਟੁੱਕਦੀਆਂ ਨੇ, ਇਹੀ ਚੀਜ਼ਾਂ ਬੰਦੇ ਨੂੰ ਟੁੱਕਦੀਆਂ ਨੇ, ਮਾਲਕ ਤੱਕ ਪਹੁੰਚਣ ਨਹੀਂ ਦਿੰਦੀਆਂ, ਝਾੜ ਦਿੰਦੀਆਂ ਨੇ ਟਹਿਣੀ ਨਾਲੋਂ। ਇਸ ਕਰਕੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ। ਬਹੁਤੇ ਲੋਕ ਇੱਥੇ ਦਾਨ ਨਾਲ ਡੁੱਬੇ ਆ, ਦਾਨ ਕਰਕੇ ਵੀ ਡੁੱਬੇ ਆ, ਹੰਕਾਰ ਹੋ ਗਿਆ ਸੀ। ਬਹੁਤੇ ਲੋਕ ਇੱਥੇ ਬਾਣੀ ਪੜ੍ਹ ਕੇ ਡੁੱਬ ਗਏ ਨੇ, ਪੜ੍ਹ ਗੱਡੀ ਲੱਦੀ ਹੈ, ਹੰਕਾਰ ਹੋ ਗਿਆ ਸੀ, ਮੇਰੇ ਜਿੰਨੀ ਕੋਈ ਪੜ੍ਹ ਨਹੀਂ ਸਕਦਾ। ਬਹੁਤੇ ਲੋਕ ਇੱਥੇ ਕਿਤਾਬਾਂ ਪੜ੍ਹ ਕੇ ਡੁੱਬ ਗਏ ਨੇ, ਮੇਰੇ ਜੈਸਾ ਗਿਆਨੀ ਕੋਈ ਨਹੀਂ। ਇਹਨਾਂ ਚੀਜ਼ਾਂ ਦਾ ਖਿਆਲ ਰੱਖਿਓ। ਮੇਰੀ ਮੇਰੀ ਕਰਤੇ ਜਨਮ ਗਇਓ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ, ਨਾ ਤੂੰ ਆਵੇਂ ਵਸ ਕਿਤੇ ਸਿਆਣਪ ਹੈ। ਤੂੰ ਸਿਆਣਪਾਂ ਨਾਲ ਵਸ ਨਹੀਂ ਆਉਂਦਾ, ਤੂੰ ਦਾਨ ਦਿੱਤਿਆਂ ਵਸ ਨਹੀਂ ਆਉਂਦਾ,
ना तू आमै वस तीर्थ नहाई है, ना तू आमै वस धरती धाई है। तीर्थां ते नहा के मैं तीर्थ करे आया यात्रा, इवें भी वस च नहीं आउंदा। सारी धरती घूम के तू वस च नहीं आउंदा। सब को तेरे वस अगम अगोचरा, तू भगतां कै वस भगतां ताम तेरा। सगों सारे तेरे वस चा, पर तू किदे वस चा, तू भगतां कै वस भगतां तान तेरा। तू भगतां दे वस चा। इस करके कहा जांदा जितनी भी बाणी पढ़नी हुंदी आ, सुननी हुंदी आ, उहनूं इउं पढ़ो ये मेरे लिए लिखी आ, ये मेरे लिए महाराज ने बनाई आ भी मेरी जिंदगी सोहनी बने। ये गुरु साहब सानूं समझाउंदे रहिंदे ने। यही दस्सिया परमेश्वर दिता बन्ना, दुख रोग का डेरा भन्ना। रब ने बन मार दिता, पानी आ रहा सी काले रंग दा, मेरे जीवन दे वल चिंता दा बन मारिया, आउण ही नहीं दिता। चिंता आ रही सी बन मारिया, गुरु ने आउण नहीं दिती। रोग आ रहे सी, विकार आ रहे सी, बन मारिया, आउण नहीं दिते। नक्का ला दिता है अगे। पहाड़ बन के गुरु जी खड़ गए। इस करके विच करता पुरख खलोआ, बाल न विंगा होआ। ऐसे मालक ने जिसदा साहिब डाढ़ा होए, तिसनूं मार न सके कोई। इन्नियां क बेनतियां नूं स्वीकार करो जी। गुरु जी की जिहड़ी शान है बहुत उच्ची सुच्ची है। आओ प्यार दे नाल आपां बाणी पढ़ीए ते प्यार दे नाल वाहिगुरु गुर मंत्र नूं जपना करिए। होइयां भुल्लां चुक्कां दी माफ़ी बख्शो, असीस बख्शो अगे वास्ते कि बाणी बाणे दे धारने हो के सिੱਖੀ दा प्रचार कर सकीए। आओ वाहिगुरु वाहिगुरु कहिए। आपदी जिंदगी नूं रंगां दे नाल भरन दा एक निमाणा जिहा यतन करिए जी। वाहिगुरु 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 वाहिगुरु
ਸੱਜਣੇ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ